ਵੈਲਕਮ ਸਟੂਡੈਂਟਸ। ਸੋ ਬੇਟੇ ਅਸੀਂ ਟੌਪਿਕ ਪੜ੍ਹ ਰਹੇ ਸੀ ਪੋਸਟ ਫਰਟੀਲਾਈਜੇਸ਼ਨ ਚੇਂਜਸ। ਫਲਾਵਰ ਅੰਦਰ ਆਉਣ ਵਾਲੇ ਚੇਂਜਸ, ਓਵਿਊਲ ਅੰਦਰ ਆਉਣ ਵਾਲੇ ਚੇਂਜਸ ਨੂੰ ਅਸੀਂ ਅੰਡਰਸਟੈਂਡ ਕੀਤਾ। ਓਵਿਊਲ ਅੰਦਰ ਦੋ ਇੰਪੋਰਟੈਂਟ ਚੇਂਜਸ ਜਿਹਦੇ ਨਾਲ ਪਲਾਂਟ ਦੀ ਨੈਕਸਟ ਜਨਰੇਸ਼ਨ ਵੀ ਪੈਦਾ ਹੋਏਗੀ ਐਂਡ ਨਾਲ ਹੀ ਨਾਲ ਉਹਦਾ ਜੋ ਫੂਡ ਸਟੋਰੇਜ ਟਿਸ਼ੂ ਵੀ ਪੈਦਾ ਹੋਏਗਾ। ਇਹ ਦੋ ਚੀਜ਼ਾਂ ਅਸੀਂ ਅਜੇ ਪੜ੍ਹਨੀਆਂ, ਬਾਕੀ ਇਹ ਇਨ ਡਿਟੇਲਸ। ਸੋ ਸਟਾਰਟ ਕਰਨ ਜਾ ਰਹੇ ਐਂਡੋਸਪਰਮ ਟਿਸ਼ੂ ਦਾ ਮੇਨ ਨਿਊਟ੍ਰੀਟਿਵ ਟਿਸ਼ੂ ਆਫ ਦਾ ਸੀਡ। ਜਦੋਂ ਓਵਿਊਲ ਸੀਡ ਅੰਦਰ ਕਨਵਰਟ ਹੁੰਦਾ ਕੰਪਲਸਰੀਲੀ, ਯਾਨੀ ਕਿ ਹਰ ਇੱਕ ਸਪੀਸ਼ੀਜ਼ ਦੇ ਅੰਦਰ ਐਂਡੋਸਪਰਮ ਬਣਦਾ ਹੀ ਬਣਦਾ। ਐਂਡੋਸਪਰਮ ਦਾ ਅਨਦਰ ਨੇਮ ਹੈ ਟਿਸ਼ੂ ਸੂਈਜੈਨੇਸਿਸ। ਵਾਈ ਦਿਸ ਟਰਮ ਇਜ਼ ਯੂਜ਼ਡ ਔਰ ਇਹਦਾ ਮੀਨਿੰਗ ਕੀ ਹੈ? ਸੂਈਜੈਨੇਸਿਸ ਦਾ ਮੀਨਿੰਗ ਹੈ ਨਿਊ ਕਾਈਂਡ, ਜਿਹਦਾ ਕੋਈ ਮੈਚ ਨਾ ਹੋਵੇ। ਦੇਖੋ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਜੋ ਫਲਾਵਰਿੰਗ ਪਲਾਂਟਸ ਦੀ ਬੋਡੀ ਹੈ ਇਹ ਹੈ ਤਾਂ ਡਿਪਲੋਇਡ ਸੈਲਸ ਤੋਂ ਬਣੀ ਬੋਡੀ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਇਹਦੀ ਲਾਈਫ ਸਾਈਕਲ 'ਚ ਹੈਪਲੋਇਡ ਸੈਲਸ ਦੇਖਣ ਨੂੰ ਮਿਲਦੇ ਆ। ਜਿਸ ਤਰ੍ਹਾਂ ਕਿ ਪੋਲਨ ਗ੍ਰੇਨਸ ਹੈਪਲੋਇਡ ਹੈ ਐਂਡ ਪੋਲਨ ਗ੍ਰੇਨਸ ਦੇ ਅੰਦਰ ਬਣਨ ਵਾਲੇ ਜਨਰੇਟਿਵ ਸੈੱਲ, ਵੈਜੀਟੇਟਿਵ ਸੈੱਲ ਜਾਂ ਜਨਰੇਟਿਵ ਸੈੱਲ ਤੋਂ ਬਣਨ ਵਾਲੇ ਮੇਲ ਗਮੀਟਸ ਵੀ ਹੈਪਲੋਇਡ ਹੈ। ਐਂਡ ਸਿਮਿਲਰਲੀ ਫੀਮੇਲ ਸੈਕਸ ਆਰਗਨ ਦੇ ਅੰਦਰ ਜੋ ਐਮਬ੍ਰਿਓ ਸੈਕ ਹੈ ਉਹਦੇ ਕੰਪੋਨੈਂਟਸ ਵੀ ਹੈਪਲੋਇਡ ਹੈ। ਅਦਰਵਾਈਜ਼ ਬਾਕੀ ਸਾਰੇ ਪਲਾਂਟ ਪਾਰਟਸ ਕੀ ਹੈ? ਡਿਪਲੋਇਡ। ਹੈਪਲੋਇਡ ਸੈਲਸ ਨੂੰ ਅਸੀਂ ਗਮੀਟੋਫਿਟਿਕ ਬੋਲਦੇ ਹਾਂ, ਡਿਪਲੋਇਡ ਨੂੰ ਸਪੋਰੋਫਿਟਿਕ ਬੋਲਦੇ ਹਾਂ। ਐਂਡ ਸਪੋਰੋਫਾਈਟ ਇਜ਼ ਦਾ ਡਿਪਲੋਇਡ ਫੇਜ਼, ਯਾਨੀ ਕਿ ਡੋਮੀਨੈਂਟ ਫੇਜ਼ ਆਫ ਦਾ ਲਾਈਫ ਸਾਈਕਲ ਆਫ ਫਲਾਵਰਿੰਗ ਪਲਾਂਟਸ। ਯਾਨੀ ਕਿ ਪਲਾਂਟ ਦੀ ਜ਼ਿੰਦਗੀ 'ਚ ਦੋ ਹੀ ਤਰ੍ਹਾਂ ਦੇ ਸੈਲਸ ਜਿਹੜੇ ਆ ਉਹਦਾ ਜੀਵਨ ਚੱਕਰ ਚਲਾਉਂਦੇ ਆ, ਡਿਪਲੋਇਡ ਸੈਲਸ ਐਂਡ ਹੈਪਲੋਇਡ ਸੈਲਸ। ਬਟ ਬਾਇਓ ਇਜ਼ ਦਾ ਸਾਇੰਸ ਆਫ ਐਕਸੈਪਸ਼ਨਸ। ਇੱਕ ਐਸੀ ਸਟਰਕਚਰ ਵੀ ਹੈ, ਇੱਕ ਐਸਾ ਟਿਸ਼ੂ ਹੈ ਜੋ ਫਲਾਵਰਿੰਗ ਪਲਾਂਟਸ ਦੇ ਲਾਈਫ ਸਾਈਕਲ ਦੇ ਦੌਰਾਨ ਬਣਦਾ। ਇਹ ਨਾ ਤਾਂ ਬੇਟੇ ਹੈਪਲੋਇਡ ਹੈ ਨਾ ਹੀ ਡਿਪਲੋਇਡ ਹੈ, ਯਾਨੀ ਕਿ ਇਹ ਨਾ ਤਾਂ ਗੈਮੀਟੋਫਿਟਿਕ ਹੈ ਤੇ ਨਾ ਹੀ ਸਪੋਰੋਫਿਟਿਕ ਹੈ, ਇਹ ਟ੍ਰਿਪਲੋਇਡ ਹੈ। ਟ੍ਰਿਪਲੋਇਡ ਹੋਣ ਕਰਕੇ ਇਹ ਆਮ ਪਾਏ ਜਾਣ ਵਾਲੇ ਟਿਸ਼ੂਜ਼ ਦੇ ਨਾਲ ਮੇਲ ਨਹੀਂ ਖਾਂਦਾ, ਜਿਸ ਕਰਕੇ ਇਹਦਾ ਨਾਮ ਕੀ ਰੱਖਿਆ ਜਾ ਸਕਦਾ ਹੈ? ਟਿਸ਼ੂ ਸੂਈਜੈਨੇਸਿਸ, ਯਾਨੀ ਕਿ ਨਿਊ ਕਾਈਂਡ ਆਫ ਟਿਸ਼ੂ, ਅਨਮੈਚਡ ਟਿਸ਼ੂ। And this is all because of its triploid nature. ਐਂਡੋਸਪਰਮ ਦੀ ਡਿਵੈਲਪਮੈਂਟ ਨੂੰ ਸਮਝਣ ਦੇ ਲਈ ਇੱਕ ਡਾਇਗਰਾਮ ਅਸੀਂ ਸਾਹਮਣੇ ਡਰਾ ਕਰ ਰਹੇ ਹਾਂ। ਦਿਸ ਇਜ਼ ਦਾ ਓਵਿਊਲ ਜਿਹਦੇ ਅੰਦਰ ਡਬਲ ਫਰਟੀਲਾਈਜੇਸ਼ਨ ਹੋ ਚੁੱਕੀ ਹੈ, ਜਿਸ ਕਰਕੇ ਦੇ ਐਮਬ੍ਰਿਓ ਸੈਕ ਦੇ ਅੰਦਰ ਨਾ ਤਾਂ ਤੁਹਾਨੂੰ ਸਾਈਨਰਜਿਡਸ ਦਿਖਾਈ ਦੇ ਰਹੇ, ਨਾ ਐਂਟੀਪੋਡਲਸ ਦਿਖਾਈ ਦੇ ਰਹੇ, ਸਿਰਫ ਦੋ ਸੈਲਸ ਦਿਖਾਈ ਦੇ ਰਹੇ ਇੱਥੇ, ਔਰ ਦੋਨਾਂ ਦੀ ਅਸੀਂ ਲੇਬਲਿੰਗ ਕਰਦੇ ਹਾਂ। This is the primary endosperm cell and this cell is triploid in nature because ਇਹਦਾ ਜੋ ਨਿਊਕਲੀਅਸ ਤੁਸੀਂ ਦੇਖ ਰਹੇ ਹੋ ਟ੍ਰਿਪਲੋਇਡ ਹੈ, ਬਿਕੋਜ਼ ਇਹ ਸੈਲ ਟ੍ਰਿਪਲ ਫਿਊਜ਼ਨ ਦਾ ਰਿਜ਼ਲਟ ਹੈ, ਜੋ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਔਰ ਜੋ ਰੈਡ ਕਲਰ ਦੇ ਨਾਲ ਇੱਥੇ ਦਿਖਾਇਆ ਗਿਆ, this is ਦਾ ਡਿਪਲੋਇਡ ਸੈਲ ਜ਼ਾਈਗੋਟ। ਦੇਖੋ ਦੋਨਾਂ ਤੋਂ ਐਮਬ੍ਰਿਓ ਕਿਤੇ ਤੋਂ ਬਣੇਗਾ? ਜ਼ਾਈਗੋਟ ਤੋਂ। ਦਾ ਪ੍ਰੋਸੈਸ ਵਿਲ ਬੀ ਕਾਲਡ ਐਮਬ੍ਰਿਓਜਨੀ, ਲੇਕਿਨ ਅੱਜ ਸਾਡਾ ਟੌਪਿਕ ਐਮਬ੍ਰਿਓਜਨੀ ਨੂੰ ਸਮਝਣਾ ਨਹੀਂ ਹੈ। ਅਸੀਂ ਐਂਡੋਸਪਰਮ ਸੈਲ ਤੋਂ ਕਿਸ ਤਰ੍ਹਾਂ ਐਂਡੋਸਪਰਮ ਟਿਸ਼ੂ ਦੀ ਫਾਰਮੇਸ਼ਨ ਹੁੰਦੀ ਹੈ ਉਹਨੂੰ ਪਹਿਲਾਂ ਅੰਡਰਸਟੈਂਡ ਕਰਾਂਗੇ। ਜੋ ਇਹ ਵਾਲਾ ਟਿਸ਼ੂ ਤੁਸੀਂ ਇੱਥੇ ਦੇਖ ਰਹੇ ਹੋ, ਦਿਸ ਇਜ਼ ਨਿਊਸੈਲਸ ਵਿਚ ਇਜ਼ ਦਾ ਡਿਪਲੋਇਡ ਨਿਊਟ੍ਰੀਟਿਵ ਟਿਸ਼ੂ। ਲੇਕਿਨ ਮੈਂ ਦੱਸ ਰਿਹਾ ਸੀ ਬੇਟੇ ਕਿ ਜਿਉਂ ਹੀ ਐਂਡੋਸਪਰਮ ਡਿਵੈਲਪ ਹੋਏਗਾ, ਨਿਊਸੈਲਸ ਨੂੰ ਕੰਜ਼ਿਊਮ ਕਰ ਲਿਆ ਜਾਏਗਾ, ਇਹ ਖਤਮ ਹੋ ਜਾਏਗਾ, ਹੈ ਨਾ, ਔਰ ਇਹਦੀ ਜਗ੍ਹਾ ਕੌਣ ਲੈ ਲੇਗਾ? ਐਂਡੋਸਪਰਮ ਟਿਸ਼ੂ। ਨਾਓ ਲੈਟ ਅਸ ਸੀ ਹਾਊ ਐਂਡੋਸਪਰਮ ਇਜ਼ ਫਾਰਮਡ। ਐਂਡੋਸਪਰਮ ਦੀ ਡਿਵੈਲਪਮੈਂਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਥੋੜੀ ਜਿਹੀ ਜਾਣ ਪਛਾਣ ਆਪਾਂ ਦੁਬਾਰਾ ਤੋਂ ਕਰ ਲਈਏ। ਇਹ ਵਾਲਾ ਜੋ ਸੈਲ ਅਸੀਂ ਦੇਖ ਰਹੇ ਹਾਂ, ਇਹ ਐਮਬ੍ਰਿਓ ਸੈਕ ਦਾ ਸੈਂਟਰਲ ਸੈਲ ਸੀ, ਯਾਨੀ ਕਿ ਲਾਰਜੈਸਟ ਸੈਲ। ਬਟ ਟ੍ਰਿਪਲ ਫਿਊਜ਼ਨ ਤੋਂ ਬਾਅਦ ਇਹਦਾ ਨਾਮ ਬਦਲ ਕੇ ਕੀ ਹੋ ਗਿਆ? ਪ੍ਰਾਇਮਰੀ ਐਂਡੋਸਪਰਮ ਸੈਲ। ਯਾਨੀ ਕਿ ਐਂਡੋਸਪਰਮ ਜਦੋਂ ਬਣਨਾ ਹੈ ਤੇ ਇਹ ਪ੍ਰਾਇਮਰੀ ਯਾਨੀ ਕਿ ਪਹਿਲਾ ਸੈੱਲ ਹੈ, ਜਾਂ ਤੁਸੀਂ ਇਹਨੂੰ ਐਂਡੋਸਪਰਮ ਮਦਰ ਸੈਲ ਵੀ ਕਹਿ ਸਕਦੇ ਹੋ, ਕਿਉਂਕਿ ਐਂਡੋਸਪਰਮ ਇੱਕ ਟਿਸ਼ੂ ਹੈ। ਉਹ ਸਾਰਾ ਟਿਸ਼ੂ
ਇਹ ਸਿੰਗਲ ਸੈੱਲ ਦੀ ਬਾਰ-ਬਾਰ ਮਾਈਟੋਸਿਸ ਤੋਂ ਬਣੇਗਾ, ਜਿਸ ਕਰਕੇ ਇਹਦਾ ਨਾਮ ਕੀ ਰੱਖਿਆ ਜਾ ਸਕਦਾ, ਐਂਡੋਸਪਰਮ ਮਦਰ ਸੈੱਲ। ਔਰ ਇਹਦਾ ਜੋ ਨਿਊਕਲੀਅਸ ਹੈ ਬੇਟੇ, ਉਹਦਾ ਨਾਮ ਕੀ ਹੋਏਗਾ, ਐਂਡੋਸਪਰਮ ਮਦਰ ਨਿਊਕਲੀਅਸ। ਓਕੇ, ਜਾਂ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ। ਰਾਈਟ ਜੀ। ਹੁਣ ਡਿਵੈਲਪਮੈਂਟ ਨੂੰ ਅੱਗੇ ਚਲਾਉਂਦੇ ਹੋਏ ਅਸੀਂ ਦੇਖ ਰਹੇ ਹਾਂ ਕਿ ਫਲਾਵਰਿੰਗ ਪਲਾਂਟਸ ਦੀਆਂ ਜਿੰਨੀਆਂ ਵੀ ਸਪੀਸ਼ੀਜ਼ ਹੈ, ਉਹ ਸਾਰੀਆਂ ਸਪੀਸ਼ੀਜ਼ ਦੇ ਅੰਡਰ ਐਂਡੋਸਪਰਮ 3 ਤਰੀਕੇ ਦੇ ਨਾਲ ਡਿਵੈਲਪ ਹੁੰਦਾ। ਪਹਿਲੀ ਡਿਵੈਲਪਮੈਂਟ ਦੇ ਬੇਸ ਤੇ ਦਾ ਨਾਮ ਰੱਖਿਆ ਜਾਏਗਾ ਨਿਊਕਲੀਅਰ ਐਂਡੋਸਪਰਮ। ਕਈਆਂ ਸਪੀਸ਼ੀਜ਼ ਦੇ ਅੰਦਰ ਸੈਲੂਲਰ ਐਂਡੋਸਪਰਮ, and in some of the species the third category is the halobial endosperm। ਸੋ ਬੇਟੇ ਮੈਂ ਦੱਸ ਰਹਾ ਕਿ ਸਭ ਤੋਂ ਜ਼ਿਆਦਾ ਕਾਮਨ ਜੋ ਫਲਾਵਰਿੰਗ ਪਲਾਂਟਸ ਤੁਹਾਨੂੰ ਮਿਲੇਗਾ ਉਹ ਨਿਊਕਲੀਅਰ ਐਂਡੋਸਪਰਮ ਹੈ। ਸੈਲੂਲਰ ਵਾਲਾ ਨਿਊਕਲੀਅਰ ਦੇ ਕੰਪੈਰੀਟਿਵਲੀ ਲੈਸ ਕਾਮਨ ਹੈ ਔਰ ਹੈਲੋਬੀਅਲ ਲੀਸਟ ਕਾਮਨ ਹੈ। ਰਾਈਟ ਜੀ। ਹੁਣ ਤਿੰਨਾਂ 'ਚ ਡਿਫਰੈਂਸ ਕੀ ਹੈ, ਇਹ ਜਾਣਨ ਦੇ ਲਈ ਤਿੰਨਾਂ ਦੀ ਡਿਵੈਲਪਮੈਂਟ ਨੂੰ ਸਮਝਣਾ ਪਏਗਾ। ਤੁਸੀਂ ਬੇਟੇ ਪੇਜ ਨੰਬਰ 5 ਓਪਨ ਕਰਨਾ ਆਪਣੇ ਨੋਟਸ ਦਾ, ਉਹਦੇ ਉੱਪਰ ਇਹਦੀ ਡਿਵੈਲਪਮੈਂਟ ਬਹੁਤ ਹੀ ਈਜ਼ੀਲੀ ਸਮਝਾਈ ਗਈ ਹੈ। ਮੈਂ ਇੱਕ ਵਾਰੀ ਫਿਰ ਤੁਹਾਨੂੰ ਐਕਸਪਲੇਨ ਕਰ ਦਿੰਦਾ। ਡਾਇਗਰਾਮ ਦੀ ਫਾਰਮ 'ਚ ਸਮਝਾਂਗੇ, ਜ਼ਿਆਦਾ ਸਮੇਂ ਲੱਗੇਗਾ। ਸੋ ਲੈਟ ਅਸ ਸਟਾਰਟ ਵਿਦ ਦ ਫਸਟ ਕੈਟੇਗਰੀ। ਦ ਮੋਸਟ ਕਾਮਨ ਕੈਟੇਗਰੀ ਇਜ਼ ਦ ਨਿਊਕਲੀਅਰ ਐਂਡੋਸਪਰਮ। ਇੱਥੋਂ ਅਸੀਂ ਸਟਾਰਟ ਕਰਨ ਜਾ ਰਹੇ। ਉਹ ਬੜੇ ਡਾਇਗਰਾਮ ਸਾਹਮਣੇ ਬਣੀ ਹੈ, ਫਿਲਹਾਲ ਇਹਦਾ ਵੀ ਆਪਾਂ ਇਸਤੇਮਾਲ ਕਰ ਲੈਂਦੇ ਹਾਂ ਡਾਇਗਰਾਮ ਦਾ। ਮੰਨ ਲਓ ਇਸ ਓਵਿਊਲ ਦੇ ਅੰਦਰ ਨਿਊਕਲੀਅਰ ਐਂਡੋਸਪਰਮ ਦੀ ਫਾਰਮੇਸ਼ਨ ਸਟਾਰਟ ਹੋਣ ਜਾ ਰਹੀ ਹੈ। ਕਿਸ ਤਰ੍ਹਾਂ ਹੋਏਗੀ? ਦੇਖੋ ਸਟਾਰਟ ਪੁਆਇੰਟ ਸਭ ਦਾ ਸੇਮ ਹੋਣਾ, ਜੋ ਸਾਹਮਣੇ ਤੁਸੀਂ ਡਾਇਗਰਾਮ ਦੇਖ ਰਹੇ ਹੋ, ਇਹ ਤਿੰਨਾਂ ਦਾ ਹੀ ਸਟਾਰਟ ਪੁਆਇੰਟ ਹੈ। ਨਾਓ ਲੈਟ ਅਸ ਗੋ ਥਰੂ ਦਾ ਫਸਟ ਟਾਈਪ। ਇਹ ਕਿਸ ਤਰ੍ਹਾਂ ਅੱਗੇ ਚੱਲਦੀ ਹੈ? ਡਿਊਰਿੰਗ ਦਾ ਫਾਰਮੇਸ਼ਨ ਆਫ ਨਿਊਕਲੀਅਰ ਐਂਡੋਸਪਰਮ, ਜੋ ਪ੍ਰਾਇਮਰੀ ਐਂਡੋਸਪਰਮ ਸੈੱਲ ਦਾ ਨਿਊਕਲੀਅਸ ਹੈ, ਇਹ ਕੀ ਕਰੇਗਾ? ਮਾਈਟੋਸਿਸ। ਦੋ ਨਿਊਕਲੀਆਈ ਬਣ ਗਏ। ਬਣਨ ਵਾਲੇ ਦੋ ਨਿਊਕਲੀਆਈ ਦੇ ਇਨ ਬਿਟਵੀਨ ਜੇ ਤਾਂ ਸਾਈਟੋਕਾਈਨੇਸਿਸ ਹੋ ਜੇ, ਪਾਰਟੀਸ਼ਨ ਬਣ ਜਾਏ, ਤੇ ਸਮਝੋ ਕਿ ਇਹ ਦੋ ਸੈਲਸ ਬਣ ਗਏ। ਪਰ ਬੇਟੇ ਇੱਥੇ ਕੈਰੀਓਕਾਈਨੇਸਿਸ ਤੋਂ ਬਾਅਦ ਕੀ ਨਹੀਂ ਹੋਏਗੀ? ਸਾਈਟੋਕਾਈਨੇਸਿਸ ਵਿਲ ਨੈਵਰ ਅਕਰ ਟੈਂਪਰੇਰਲੀ। ਰਾਈਟ ਨਾਓ ਅਸੀਂ ਹੁਣ ਦੀ ਗੱਲ ਕਰ ਰਹੇ ਹਾਂ ਕਿ ਸਟਾਰਟਿੰਗ ਤੇ ਇਹਦੇ 'ਚ ਕੈਰੀਓਕਾਈਨੇਸਿਸ ਤਾਂ ਹੁੰਦੀ ਹੈ, ਲੇਕਿਨ ਉਹਦੇ ਬਾਅਦ ਕੀ ਨਹੀਂ ਹੁੰਦੀ? ਸਾਈਟੋਕਾਈਨੇਸਿਸ ਨਹੀਂ ਹੋਏਗੀ। ਸੋ ਬਾਰ-ਬਾਰ ਕੈਰੀਓਕਾਈਨੇਸਿਸ ਚੱਲਦੀ ਰਹੇਗੀ, ਜਿਸ ਕਰਕੇ ਇਸ ਸੈੱਲ ਦੇ ਅੰਦਰ ਨਿਊਕਲੀਆਈ ਦਾ ਨੰਬਰ goes on increasing। ਓਕੇ, ਹੁਣ ਮੰਨ ਲਓ ਕਿ ਇਹ ਵਾਲਾ ਜੋ ਸੈੱਲ ਹੈ, ਇਹਨੂੰ ਅਸੀਂ ਇਨਲਾਰਜ ਕਰਕੇ ਦੇਖੀਏ। ਜਸਟ ਇਮੈਜਿਨ ਕਿ ਇਹ ਵਾਲਾ ਜੋ ਸੈੱਲ ਹੈ, ਇਹਨੂੰ ਮੈਂ ਇੱਥੇ ਐਨਲਾਰਜ ਕਰ ਲਿਆ। ਬੇਟੇ ਬਹੁਤ ਸਾਰੇ ਨਿਊਕਲੀਆਈ ਜਦੋਂ ਬਣ ਜਾਣਗੇ then what will happen? Nuclei will pushed towards the periphery। ਇਹ ਬਾਹਰਲੀਆਂ ਸਾਈਡਾਂ ਦੀ ਤਰਫ ਜ਼ਿਆਦਾ ਪੁਸ਼ ਕਰ ਦਿੱਤੇ ਜਾਂਦੇ। ਕੁਝ ਸਪੀਸ਼ੀਜ਼ 'ਚ ਈਵਨ ਕਿ ਜੋ ਨਿਊਕਲੀਆਈ ਉਹਨਾਂ ਨੂੰ ਪੁਸ਼ ਕਰਨ ਦੇ ਲਈ ਸੈਂਟਰ 'ਚ ਇੱਕ ਵੈਕਿਊਲ ਬਣਨੀ ਸਟਾਰਟ ਹੋ ਜਾਂਦੀ ਹੈ। ਜੋ ਵੈਕਿਊਲ ਐਕਸਪੈਂਡ ਕਰਦੀ ਹੈ, ਨਿਊਕਲੀਆਈ ਆਰ ਪੁਸ਼ਡ ਟੁਵਰਡਸ ਦਾ ਪੈਰੀਫਰੀ। ਖੈਰ ਬੇਟੇ ਜਿਹੜੇ ਨਿਊਕਲੀਆਈ ਬਾਹਰ ਦੀ ਤਰਫ ਪੁਸ਼ ਕੀਤੇ ਜਾਂਦੇ ਆ, ਇਹਨਾਂ ਦੇ ਅਰਾਊਂਡ ਮੈਂਬਰੇਨ ਐਂਡ ਵਾਲਸ ਬਣਨੀਆਂ ਸਟਾਰਟ ਹੋ ਜਾਂਦੀਆਂ, ਐਂਡ these are converted into the cells। ਇਹ ਹੁਣ ਕੀ ਬਣ ਗਏ? ਸੈਲਸ ਬਣ ਗਏ। ਹੋਰ ਨਿਊਕਲੀਆਈ ਵੀ ਇਸੇ ਤਰ੍ਹਾਂ ਹੀ ਅੰਦਰੋਂ ਦੀ ਬਾਹਰ ਦੀ ਤਰਫ ਪੁਸ਼ ਕੀਤੇ ਜਾਣਗੇ ਔਰ ਅਲਟੀਮੇਟਲੀ ਇਹ ਵੀ ਕੀ ਬਣ ਜਾਣਗੇ? ਸੈਲਸ।
ਸੋ ਇਸ ਤਰ੍ਹਾਂ ਬੇਟੇ ਲੇਅਰ ਦੇ ਉੱਪਰ ਲੇਅਰ ਚੜ੍ਹਦੀਆਂ ਜਾਣਗੀਆਂ ਔਰ ਜੋ ਐਂਡੋਸਪਰਮ ਦੀ ਡਿਵੈਲਪਮੈਂਟ ਹੈ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਅੱਗੇ ਚੱਲਦੀ ਹੈ ਪੈਰੀਫਰੀ ਦੀ ਤਰਫ ਜਿਹੜੇ ਨਿਊਕਲੀਆਈ ਹੈ ਉਹ ਕਾਹਦੇ 'ਚ ਕਨਵਰਟ ਹੁੰਦੇ ਜਾ ਰਹੇ ਸੈਲਸ 'ਚ। ਲੇਕਿਨ ਗੱਲ ਕਰੀਏ ਇਨੀਸ਼ੀਅਲ ਸਟੇਜ ਦੀ, ਇਨੀਸ਼ੀਅਲ ਸਟੇਜਸ 'ਤੇ ਹਮੇਸ਼ਾ ਕੀ ਬਣਦੇ ਆ ਨਿਊਕਲੀਆਈ, ਯਾਨੀ ਕਿ ਨਾਲੋਂ ਨਾਲ ਸੈਲਸ ਨਹੀਂ ਬਣੇ, ਪਹਿਲਾਂ ਬਹੁਤ ਸਾਰੇ ਕੀ ਬਣ ਗਏ ਨਿਊਕਲੀਆਈ ਬਣ ਗਏ, ਜਿਸ ਕਰਕੇ ਡਿਵੈਲਪਮੈਂਟ ਦਾ ਨਾਮ ਹੋ ਗਿਆ ਨਿਊਕਲੀਅਰ ਐਂਡੋਸਪਰਮ। ਲੋ ਬੇਟੇ ਸਭ ਤੋਂ ਇੰਟਰਸਟਿੰਗ ਜਿਹੜੀ ਇਹਦੀ ਐਗਜ਼ਾਮਪਲ ਹੈ ਦੈਟ ਇਜ਼ ਦਾ ਕੋਕੋਨਟ। ਕੋਕੋਨਟ ਬਾਰੇ ਅਸੀਂ ਗੱਲ ਕਰੀਏ, ਦੇਖੋ ਨਾਰੀਅਲ ਜੋ ਅਸੀਂ ਖਾਂਦੇ ਆ ਨਾ ਐਡੀਬਲ ਪਾਰਟ, ਉਹਦੀ ਥੋੜੀ ਜਿਹੀ ਡਾਇਗਰਾਮ ਡਰਾ ਕਰ ਲੈਂਦੇ ਆ। ਕੋਕੋਨਟ ਨਿਊਕਲੀਅਰ ਐਂਡੋਸਪਰਮ ਦੀ ਬੈਸਟ ਸਟੱਡੀਡ ਐਗਜ਼ਾਮਪਲ ਹੈ। ਇਹ ਦੇਖੋ ਬੇਟੇ ਇਹ ਵਾਲਾ ਜੋ ਪਾਰਟ ਅਸੀਂ ਖਾਂਦੇ ਆ ਨਾਰੀਅਲ ਦਾ, ਜਿਹਨੂੰ ਅਸੀਂ ਵਾਈਟ ਮੀਟ ਬੋਲਦੇ ਆ, ਕੋਕੋਨਟ ਦਾ ਵਾਈਟ ਮੀਟ ਯਾਨੀ ਕੱਚੀ ਗਰੀ ਹੈ ਨਾ, ਨਾਰੀਅਲ ਦੀ ਗਰੀ ਜਿਹੜੀ ਅਸੀਂ ਖਾਂਦੇ ਆ, ਉਹ ਇਹ ਵਾਲਾ ਜੋ ਪਾਰਟ ਹੈ ਬੇਸਿਕਲੀ ਆ ਸੈਲਸ ਵਾਲਾ ਪਾਰਟ ਹੈ। ਔਰ ਜੋ ਨਾਰੀਅਲ ਦਾ ਪਾਣੀ ਸੈਂਟਰ 'ਚ ਹੁੰਦਾ ਉਹ ਕਿਹੜਾ ਪਾਰਟ ਹੈ, ਨਿਊਕਲੀਆਈ ਵਾਲਾ ਪੋਰਸ਼ਨ ਹੈ। ਓਕੇ, ਹੁਣ ਮੇਰੇ ਸਿਚੁਏਸ਼ਨ ਨੂੰ ਸਮਝੋ। ਤੁਸੀਂ ਮੰਨ ਲਓ ਇੱਕ ਬਿਲਕੁਲ ਗ੍ਰੀਨ ਕੋਕੋਨਟ ਦੇਖ ਰਹੇ ਹੋ ਜਿਹਦੇ 'ਚ ਕੋਈ ਗਰੀ ਨਹੀਂ ਹੈ, ਪਾਣੀ। ਜੇ ਤੁਸੀਂ ਪਾਣੀ ਵਾਲਾ ਨਾਰੀਅਲ ਮਤਲਬ ਪਾਣੀ ਪੀਣ ਲਈ ਨਾਰੀਅਲ ਖਰੀਦ ਰਹੇ ਹੋ ਨਾ, ਹਰੇ ਨਾਰੀਅਲ ਅੱਜ ਕੱਲ੍ਹ ਰੋਡ ਸਾਈਡ 'ਤੇ ਬੜੇ ਵਿਕਦੇ, ਤੇ ਸਮਝੋ ਵੀ ਤੁਸੀਂ ਇਸ ਤਰ੍ਹਾਂ ਦਾ ਕੋਕੋਨਟ ਲਿਆ ਜਿਹਦੇ ਅੰਦਰ ਸਿਰਫ ਕੀ ਹੈ ਨਿਊਕਲੀਆਈ ਹੈ, ਸੈਲਸ ਅਜੇ ਨਹੀਂ ਬਣੇ। ਫਿਰ ਅਗਲੀ ਸਟੇਜ ਆਉਂਦੀ ਹੈ ਨਾਰੀਅਲ ਥੋੜ੍ਹਾ ਪੁਰਾਣਾ ਹੋਣਾ ਸ਼ੁਰੂ ਹੋ ਜਾਂਦਾ ਤੇ ਉਹਦੇ ਨਿਊਕਲੀਆਈ ਪੈਰੀਫਰੀ 'ਤੇ ਜਾ ਕੇ ਜੰਮਣੇ ਸ਼ੁਰੂ ਹੋ ਜਾਂਦੇ ਆ, ਕਾਹਦੇ 'ਚ ਕਨਵਰਟ ਹੋਣੇ ਸਟਾਰਟ ਹੋ ਜਾਂਦੇ ਸੈਲਸ 'ਚ। ਯਾਨੀ ਕਿ ਇਸ ਨਾਰੀਅਲ 'ਚ ਪਾਣੀ ਥੋੜ੍ਹਾ ਘਟ ਗਿਆ ਤੇ ਜਿਹੜੀ ਕੱਚੀ ਗਰੀ ਹੈ ਉਹ ਬੰਨਣੀ ਸ਼ੁਰੂ ਹੋ ਗਈ। ਸਮ ਟਾਈਮ ਅਸੀਂ ਨਾਰੀਅਲ ਦਾ ਪਾਣੀ ਪੀਂਦੇ ਹਾਂ ਤੇ ਉਹ ਰੇਹੜੀ ਵਾਲੇ ਭਾਈ ਨੂੰ ਬਾਅਦ 'ਚੋਂ ਇੱਕ ਆਪਾਂ ਕਹਿੰਦੇ ਯਾਰ ਇਹ 'ਚੋਂ ਪਾਣੀ ਬੜਾ ਘੱਟ ਨਿਕਲਿਆ, ਉਹ ਕਹਿੰਦਾ ਅੱਛਾ ਬਾਬੂ ਜੀ ਇਸ 'ਤੇ ਮਲਾਈ ਹੋ ਗਈ। ਫਿਰ ਅਸੀਂ ਕਹਿੰਦੇ ਫਿਰ ਖਵਾ ਜਰਾ ਹੈ ਨਾ, ਉਹ ਬੇਟੇ ਉਹ ਨਾਰੀਅਲ ਕੱਟਦਾ ਤੇ ਅੰਦਰ ਉਹਦੇ ਸਾਈਡਾਂ 'ਤੇ ਵਾਲ 'ਤੇ ਪਤਲੀ ਨਾਰੀਅਲ ਦੀ ਗਿਰੀ ਜਿਵੇਂ ਬੰਨਣੀ ਸ਼ੁਰੂ ਹੋ ਜਾਂਦੀ ਹੈ, ਬੜੀ ਸੌਫਟ ਪਲਪੀ ਮਾਸ, ਜਿਹਨੂੰ ਉਹ ਦੁਕਾਨਦਾਰ ਮਲਾਈ ਕਹਿ ਰਿਹਾ ਹੁੰਦਾ। ਬੇਸਿਕਲੀ ਉਹ ਡਿਵੈਲਪਿੰਗ ਐਂਡੋਸਪਰਮ ਹੈ ਜੋ ਸਾਈਡਾਂ ਦੀ ਤਰਫ ਸੈਲਸ 'ਚ ਕਨਵਰਟ ਹੋਣਾ ਸਟਾਰਟ ਹੋ ਗਿਆ। ਹੁਣ ਇਹੀ ਨਾਰੀਅਲ ਜੇ ਪਿਆ ਰਹਿੰਦਾ, ਇਹਨੂੰ ਯੂਜ਼ ਹੀ ਨਾ ਕੀਤਾ ਜਾਂਦਾ ਤੇ ਇਹਦਾ ਬਹੁਤ ਸਾਰਾ ਪਾਣੀ ਕਾਹਦੇ 'ਚ ਕਨਵਰਟ ਹੋ ਜਾਂਦਾ ਕੱਚੀ ਗਰੀ 'ਚ, ਔਰ ਇਹ ਬਣ ਜਾਂਦਾ ਬਰਾਊਨ ਕੋਕੋਨਟ। ਜਿਵੇਂ ਮੰਦਿਰ ਜਾਂਦੇ ਆ ਪ੍ਰਸ਼ਾਦ ਦੇ ਤੌਰ 'ਤੇ ਨਾਰੀਅਲ ਚੜ੍ਹਾਉਂਦੇ ਆ, ਬਰਾਊਨ ਨਾਰੀਅਲ, ਉਹ 'ਚ ਪਾਣੀ ਬੜਾ ਘੱਟ ਹੁੰਦਾ ਲੇਕਿਨ ਕੱਚੀ ਗਰੀ ਕਾਫੀ ਜ਼ਿਆਦਾ ਹੁੰਦੀ। ਉਹਦਾ ਰੀਜ਼ਨ ਹੈ ਵੀ ਨਾਰੀਅਲ ਪੁਰਾਣਾ ਹੋ ਚੁੱਕਾ ਹੈ, ਇਹਦੇ ਨਿਊਕਲੀਆਈ 'ਚੋਂ ਬਹੁਤ ਸਾਰੇ ਨਿਊਕਲੀਆਈ ਕਾਹਦੇ 'ਚ ਕਨਵਰਟ ਹੋ ਚੁੱਕੇ ਸੈਲਸ 'ਚ, ਤਾਂ ਬੜਾ ਥੋੜ੍ਹਾ ਜਿਹਾ ਪਾਰਟ ਬਚਿਆ ਜੋ ਜੇ ਕਨਵਰਟ ਨਹੀਂ ਹੋਇਆ। ਰਾਈਟ ਬੇਟੇ, ਸੋ ਮੈਚਿਓਰਿਟੀ 'ਤੇ ਤੁਹਾਨੂੰ ਨਿਊਕਲੀਆਈ ਵਾਲਾ ਜਿਹੜਾ ਸੋਲੂਸ਼ਨ ਹੈ ਸੈਂਟਰ ਵਾਲਾ ਲਿਕੁਇਡ ਹੈ ਉਹ ਬੜਾ ਘੱਟ ਮਿਲੇਗਾ ਔਰ ਗਿਰੀ ਜ਼ਿਆਦਾ ਮਿਲੇਗੀ। ਸੋ ਇਸ ਤਰ੍ਹਾਂ ਅਸੀਂ ਨਾਰੀਅਲ ਦੀਆਂ ਅਲੱਗ-ਅਲੱਗ ਸਟੇਜਸ ਤੋਂ ਇਸ ਐਂਡੋਸਪਰਮ ਦੀ ਜਾਣਕਾਰੀ ਲੈ ਸਕਦੇ ਹਾਂ ਵੀ ਹਾਊ ਦਿਸ ਐਂਡੋਸਪਰਮ ਡਿਵੈਲਪ ਐਂਡ ਫੋਲੋਇੰਗ ਵਟ ਕਾਈਂਡ ਆਫ ਸਟੇਜਸ। ਰਾਈਟ ਬੇਟੇ, ਇਹ ਸੀਗੀ ਨੰਬਰ 1 ਟਾਈਪ ਜਿਹਦਾ ਨਾਮ ਹੈ ਨਿਊਕਲੀਅਰ ਐਂਡੋਸਪਰਮ। ਸੋ ਸਟੂਡੈਂਟਸ ਅਸੀਂ ਹੁਣ ਸਟਾਰਟ ਕਰਾਂਗੇ ਸੈਕਿੰਡ ਕੈਟੇਗਰੀ ਦੈਟ ਇਜ਼ ਦਾ ਸੈਲੂਲਰ ਐਂਡੋਸਪਰਮ। ਦੇਖੋ ਸੈਲੂਲਰ ਦਾ ਮੀਨਿੰਗ ਹੈ, ਇਸ ਟਰਮ ਤੋਂ ਹੀ ਲੱਗਦਾ ਹੈ ਕਿ ਸਮਥਿੰਗ ਇਜ਼ ਰਿਲੇਟਡ ਵਿਦ ਦਾ ਸੈਲਸ, not with the nuclei, with the cells. Just a moment. ਸੋ ਬੜੇ ਮੈਂ ਦੱਸਿਆ ਸੀਗਾ ਕਿ ਤਿੰਨਾਂ ਦਾ ਸਟਾਰਟਿੰਗ ਪੁਆਇੰਟ ਸੇਮ ਰਹੇਗਾ। ਨੰਬਰ 2 ਟਾਈਪ ਨੂੰ ਡਿਸਕਸ ਕਰਨ ਦੇ ਲਈ ਅਸੀਂ ਸੇਮ ਸਟਾਰਟਿੰਗ ਪੁਆਇੰਟ ਤੇ ਪਹੁੰਚ ਗਏ ਜਿਸ ਤਰ੍ਹਾਂ ਕਿ ਪਿਛਲੇ ਟੌਪਿਕ 'ਚ ਅਸੀਂ ਡਿਸਕਸ ਕੀਤਾ।
ਲੋ ਬੇਟੇ ਸੈਲੂਲਰ ਦੀ ਫਾਰਮੇਸ਼ਨ ਦੇ ਟਾਈਮ ਵਾਟ ਵਿਲ ਹੈਪਨ, ਜਦੋਂ ਇਹ ਨਿਊਕਲੀਅਸ ਡਿਵਾਈਡ ਕਰੇਗਾ, ਦੋ ਨਿਊਕਲੀਆਈ ਬਣ ਗਏ, ਨਾਲ ਕੀ ਬਣ ਜਾਏਗੀ ਪਾਰਟੀਸ਼ਨ ਵਾਲ। ਓਕੇ, ਯਾਨੀ ਕਿ ਨਿਊਕਲੀਆਈ ਤੋਂ ਬਾਅਦ ਕੀ ਬਣ ਗਏ ਦੋ ਸੈਲਸ। ਬਈ ਐਵਰੀ ਟਾਈਮ ਕੈਰੀਓਕਾਈਨੇਸਿਸ ਵਿਲ ਬੀ ਫੋਲੋਡ ਬਾਈ ਸਾਈਟੋਕਾਈਨੇਸਿਸ। ਜੇ ਮੰਨ ਲਓ ਫਿਰ ਇਹ ਡਿਵਾਈਡ ਕੀਤਾ, ਨਾਲੇ ਸੈਲ ਬਣ ਗਿਆ, ਇਹ ਫਿਰ ਡਿਵਾਈਡ ਕੀਤਾ, ਨਾਲੇ ਸੈਲ ਬਣ ਗਿਆ। ਇਸ ਤਰ੍ਹਾਂ ਸੈਲਸ ਦਾ ਜੋ ਨੰਬਰ ਹੈ ਉਹ ਵੱਧਦਾ ਚਲਾ ਜਾਏਗਾ, ਯਾਨੀ ਕਿ ਈਚ ਟਾਈਮ ਕੈਰੀਓਕਾਈਨੇਸਿਸ ਵਿਲ ਬੀ ਫੋਲੋਡ ਬਾਈ ਸਾਈਟੋਕਾਈਨੇਸਿਸ। ਸੋ ਇਹ ਸੀਗਾ ਬੇਟੇ ਸੈਲੂਲਰ ਐਂਡੋਸਪਰਮ ਦੇ ਬਾਰੇ। ਕੁਝ ਜ਼ਿਆਦਾ ਇਹਦੇ 'ਚ ਯਾਦ ਰੱਖਣ ਦੇ ਲਾਇਕ ਹੈ ਨਹੀਂ ਹੈ, ਇਟ ਇਜ਼ ਵੈਰੀ ਈਜ਼ੀ ਟੂ ਅੰਡਰਸਟੈਂਡ। ਹੁਣ ਇਹਦੇ ਬਾਅਦ ਅਸੀਂ ਸਟੱਡੀ ਕਰਾਂਗੇ ਥਰਡ ਟਾਈਪ, ਹੈਲੋਬੀਅਲ। ਹੈਲੋਬੀਅਲ ਇਜ਼ ਅ combination of two, यानी कि ये दो अलग अलग जो टाइप्स असी स्टार्ट से पढ़ियां, दोनों का एक कॉम्बीनेशन है। ਇਹਦਾ ਮਤਲਬ ਥਰਡ ਟਾਈਪ ਤੁਹਾਨੂੰ ਦੋਨਾਂ ਦੇ ਫੀਚਰਸ ਦਿਖਾਈ ਦੇਣਗੇ, ਕੁਝ ਫੀਚਰ ਇਹਦੇ ਨਿਊਕਲੀਅਰ ਦੇ ਤਰ੍ਹਾਂ ਔਰ ਕੁਝ ਫੀਚਰਸ ਸੈਲੂਲਰ ਦੀ ਤਰ੍ਹਾਂ। ਹਾਊ ਕਿਸ ਤਰ੍ਹਾਂ, ਲੈਟ ਅਸ ਹੈਵ ਦ ਆਈਡੀਆ। ਪ੍ਰਾਇਮਰੀ ਐਂਡੋਸਪਰਮ ਸੈਲ ਦਾ ਜੋ ਨਿਊਕਲੀਅਸ ਹੈ, ਹੈਲੋਬੀਅਲ ਦੇ ਕੇਸ 'ਚ ਕਿੱਦਾਂ ਡਿਵੈਲਪਮੈਂਟ ਚੱਲਦੀ ਹੈ। ਇਹ ਸਭ ਤੋਂ ਪਹਿਲਾਂ ਤਾਂ ਕੈਰੀਓਕਾਈਨੇਸਿਸ ਕਰੇਗਾ, ਦੋ ਨਿਊਕਲੀਆਈ ਬਣਾਏਗਾ, ਐਂਡ ਦੋਨੋਂ ਨਿਊਕਲੀਆਈ ਦੇ ਇਨ ਬਿਟਵੀਨ ਪਾਰटीशन वॉल यानी कि साइटोकाइनेसिस होगी और एक तो दो सैल्स बन गए। देखो पहली डिवीजन कंप्लीट है, ਕੈਰੀਓਕਾਈਨੇਸਿਸ ਫੋਲੋਡ ਬਾਈ ਸਾਈਟੋਕਾਈਨੇਸਿਸ, ਯਾਨੀ ਕਿ ਫਸਟ ਡਿਵੀਜ਼ਨ ਦੇ ਅਕੋਰਡਿੰਗਲੀ ਇਹ ਕਿਹਦੇ ਨਾਲ ਮੈਚ ਕਰ ਰਿਹਾ, ਸੈਲੂਲਰ ਦੇ ਨਾਲ। ਚਲੋ ਅੱਗੇ ਚੱਲਦੇ ਹਾਂ। ਇੱਥੇ ਇੱਕ ਸਿੱਖਣ ਵਾਲੀ ਗੱਲ ਇਹ ਹੈ ਕਿ ਦੋਨੋਂ ਸੈਲਸ ਜੋ ਬਣਦੇ ਆ ਅਨਈਕੁਅਲ ਸਾਈਜ਼ ਦੇ ਬਣਦੇ। ਜਿਹੜਾ ਸੈੱਲ ਮਾਈਕਰੋਪਾਈਲਰ ਵਾਲੀ ਸਾਈਡ ਤੇ ਹੋਏਗਾ ਉਹ ਲਾਰਜਰ ਸਾਈਜ਼ ਦਾ ਹੋਏਗਾ, ਉਹਨੂੰ ਬੋਲਾਂਗੇ ਲਾਰਜਰ ਮਾਈਕਰੋਪਾਈਲਰ ਚੈਂਬਰ, ਐਂਡ ਕਲਾਜ਼ਲ ਵਾਲੀ ਸਾਈਡ ਦਾ ਛੋਟਾ, यानी कि स्मॉलर कलाजल चैंबर। ਤੁਹਾਡੇ ਨੋਟਸ ਅੰਦਰ ਵੀ ਬੇਟੇ ਮੈਂ ਸਾਰਾ ਕੁਝ ਮੈਂਸ਼ਨ ਕੀਤਾ। ਇਹਦੇ ਬਾਅਦ ਵਾਟ ਹੈਪਨ, ਇਹ ਵਾਲਾ ਜੋ ਸੈੱਲ ਹੈ, ਪਹਿਲਾਂ ਅਸੀਂ ਇਹਦੀ ਗੱਲ ਕਰਾਂਗੇ। ਇਹਦੇ ਨਿਊਕਲੀਆਈ ਬਾਰ-ਬਾਰ ਮਾਈਟੋਸਿਸ ਕਰ ਰਹੇ ਆ, ਲੇਕਿਨ ਅਸੀਂ ਦੇਖ ਰਹੇ ਹਾਂ ਕਿ ਮਾਈਟੋਸਿਸ ਸਿਰਫ ਔਰ ਸਿਰਫ ਕੀ ਹੋ ਰਹੀ ਹੈ, ਕੈਰੀਓਕਾਈਨੇਸਿਸ, not followed by साइटोकाइनेसिस साइमल्टेनियसली। ਹੁਣ ਦੇਖੋ ਨਿਊਕਲੀਅਸ ਦਾ ਵਾਰ-ਵਾਰ ਡਿਵਾਈਡ ਕਰਨਾ, ਲੇਕਿਨ ਅੱਗੋਂ ਸੈਲਸ ਨਾ ਬਣਨਾ ਇੱਕਦਮ ਨਾਲ ਇਹ ਕਿਹਦੇ ਵਰਗਾ ਫੀਚਰ ਹੋ ਗਿਆ, ਨਿਊਕਲੀਅਰ ਐਂਡੋਸਪਰਮ ਵਰਗਾ। ਸੋ ਬੇਟੇ ਅਲਟੀਮੇਟਲੀ ਜਿਹੜੇ ਨਿਊਕਲੀਅਰ ਇੱਥੇ ਬਣੇ ਆ ਇਹ ਪੈਰੀਫਰੀ ਤੇ ਚਲੇ ਜਾਣੇ ਆ, ਔਰ ਦੈਨ ਇਹਨਾਂ ਦੇ ਸੈਲਸ ਬਣਨੇ ਸਟਾਰਟ ਹੋਣੇ ਆ, ਬਿਲਕੁਲ ਕਿਹਦੀ ਤਰ੍ਹਾਂ ਜਿਵੇਂ ਅਸੀਂ ਕੋਕੋਨਟ ਦੇ ਕੇਸ 'ਚ ਦੇਖਿਆ, ਨਿਊਕਲੀਅਰ ਐਂਡੋਸਪਰਮ ਦੇ ਕੇਸ 'ਚ ਦੇਖਿਆ। यानी कि सैकेंड फीचर जे देखा जाए तो किते नाल रलदा ਨਿਊਕਲੀਅਰ ਐਂਡੋਸਪਰਮ ਦੇ ਨਾਲ। ਪਹਿਲਾ ਫੀਚਰ ਸੈਲੂਲਰ ਦੇ ਨਾਲ ਸੀਗਾ ਔਰ ਉਹਦੇ ਬਾਅਦ ਨਿਊਕਲੀਅਰ ਦੇ ਨਾਲ ਮੈਚ ਕਰਦਾ, ਮੀਨਸ ਕਿ ਇਹ ਦੋਨਾਂ ਦਾ ਇੱਕ ਕੰਬੀਨੇਸ਼ਨ ਹੈ। ਚਲੋ ਉੱਪਰਲੇ ਸੈੱਲ ਦਾ ਵੀ ਦੇਖ ਲਈਏ। ਇਹ ਵਾਲਾ ਜੋ ਸੈੱਲ ਹੈ ਜਾਂ ਤਾਂ ਇਹ ਡਿਵਾਈਡ ਨਹੀਂ ਕਰੇਗਾ, ਜਾਂ ਡਿਵਾਈਡ ਨਹੀਂ ਕਰੇਗਾ, ਜਾਂ ਫਿਰ ਬੜੀਆਂ ਥੋੜੀਆਂ ਡਿਵੀਜ਼ਨਸ ਕਰੇਗਾ, ਵੈਰੀ ਫਿਊ डिवीजन्स will be performed, that's it। लेकिन ये काफ़ी ज़्यादा टाइम्स डिवाइड करेगा एंड बिल्कुल परफेक्टली just like nuclear endosperm it will produce many several nuclei in it। in this way ਬੇਟੇ ਅਸੀਂ ਦੇਖਿਆ ਕਿ ਹੈਲੋਬੀਅਲ ਐਂਡੋਸਪਰਮ ਦੀ ਜੋ ਡਿਵੈਲਪਮੈਂਟ ਹੈ ਉਹਦੇ ਕੁਝ ਫੀਚਰਸ ਸੈਲੂਲਰ ਵਰਗੇ ਆ, ਯਾਨੀ ਕਿ ਪਹਿਲੀ ਡਿਵੀਜ਼ਨ ਸੈਲਰ ਵਰਗੀ, ਉਹਦੇ ਬਾਅਦ ਇਹ ਨਿਊਕਲੀਅਰ ਵਰਗਾ। ਸੋ ਨਾ ਤੈਨੂੰ ਸੈਲਰ ਕਿਹਾ ਜਾ ਸਕਦਾ, ਨਾ ਇਹਨੂੰ ਨਿਊਕਲੀਅਰ ਕਿਹਾ ਜਾ ਸਕਦਾ, ਜਿਸ ਕਰਕੇ ਇਹਨੂੰ ਕੀ ਕਹਿਣਾ ਪਏਗਾ, ਹੈਲੋਬੀਅਲ ਐਂਡੋਸਪਰਮ। ਇਹ ਸੀਗੀ ਥਰਡ ਟਾਈਪ, ਵੈਰੀ ਸਿੰਪਲ। ਹੁਣ ਅਸੀਂ ਸਟੱਡੀ ਕਰਾਂਗੇ ਐਡੀਸ਼ਨਲ ਪੁਆਇੰਟਸ ਰਿਗਾਰਡਿੰਗ ਐਂਡੋਸਪਰਮ, ਔਰ ਇਹਦੇ 'ਚ ਨੰਬਰ 1 ਤੇ ਅਸੀਂ ਪੜ੍ਹਨ ਜਾ ਰਹੇ ਹਾਂ ਐਲਿਊਰੋਨ ਟਿਸ਼ੂ। ਐਲਿਊਰੋਨ ਟਿਸ਼ੂ
ਬੇਸਿਕਲੀ ਬੇਟੇ ਐਲਿਊਰੋਨ ਜੋ ਟਿਸ਼ੂ ਹੈ ਇੱਕ ਲੇਅਰ ਦੀ ਫਾਰਮ 'ਚ ਪਾਇਆ ਜਾਂਦਾ ਇਨ ਦਾ ਸੀਰੀਅਲ ਗ੍ਰੇਨਸ ਜਿਸ ਤਰ੍ਹਾਂ ਕਿ ਵੀਟ ਹੈ, ਪੈਡੀ ਹੈ, ਮੇਜ਼ ਹੈ ਨਾ। ਅਸੀਂ ਤਿੰਨਾਂ ਚੋਂ ਮੇਜ਼ ਦੀ ਡਾਇਗਰਾਮ ਡਰਾ ਕਰਕੇ ਇਹਨੂੰ ਸਮਝਣ ਦੀ ਟਰਾਈ ਕਰਦੇ ਹਾਂ। ਸੋ ਦਿਸ ਇਜ਼ ਦਾ ਮੇਜ਼ ਗ੍ਰੇਨ। ਮੇਜ਼ ਗ੍ਰੇਨ ਦੀ ਜੋ ਸਭ ਤੋਂ ਬਾਹਰ ਵਾਲੀ ਲੇਅਰ ਹੈ, this is the inseparably fused pericarp and seed coat testa। ਵੀ ਪੈਰੀਕਾਰਪ ਮੀਨਸ ਫਰੂਟ ਬਾਲ ਇਹਦੇ 'ਚ ਪ੍ਰੈਜ਼ੈਂਟ ਹੈ, ਜੋ ਸੀਡ ਕੋਟ ਦੇ ਨਾਲ ਪੂਰੀ ਤਰ੍ਹਾਂ ਮਰਜਡ ਹੁੰਦੀ ਹੈ, ਵੀ ਦੋਨੋਂ ਨੂੰ ਸੈਪਰੇਟ ਨਹੀਂ ਕੀਤਾ ਜਾ ਸਕਦਾ, ਜਿਸ ਕਰਕੇ ਪੈਰੀਕਾਰਪ ਦੀ ਪ੍ਰੈਜ਼ੈਂਸ ਦੇ ਕਰਕੇ ਇਹਨੂੰ ਅਸੀਂ ਫਰੂਟ ਦੀ ਕੈਟੇਗਰੀ 'ਚ ਪਾਉਂਦੇ ਹਾਂ, ਸੀਡ ਨਹੀਂ ਗਿਣਦੇ। ਫਰੂਟਸ ਬਹੁਤ ਅਲੱਗ-ਅਲੱਗ ਕਿਸਮਾਂ ਦੇ ਆ ਔਰ ਉਹਨਾਂ 'ਚੋਂ ਇੱਕ ਟਾਈਪ ਦਾ ਨਾਮ ਹੈ ਗ੍ਰੇਨ ਨੂੰ ਤੁਸੀਂ ਕੈਰੀਓਪਸਿਸ ਵੀ ਕਹਿ ਦਿੰਦੇ ਹੋ, CARYOPSIS, ਕੈਰੀਓਪਸਿਸ। ਗ੍ਰੇਨ ਐਂਡ ਕੈਰੀਓਪਸਿਸ ਵਨ ਐਂਡ ਦਾ ਸੇਮ ਥਿੰਗ। ਸੀਰੀਅਲ ਦੇ ਗ੍ਰੇਨਸ ਇਸ ਟਾਈਪ ਦੇ ਡਰਾਈ ਫਰੂਟਸ ਆ, ਕਿਉਂਕਿ ਇਹਨਾਂ ਦੀ ਪੈਰੀਕਾਰਪ ਡਰਾਈ ਹੁੰਦੀ ਹੈ, ਫਲੈਸ਼ੀ ਨਹੀਂ ਹੁੰਦੀ, ਜੂਸੀ ਨਹੀਂ ਹੁੰਦੀ ਔਰ ਬਹੁਤ ਹੀ ਪਤਲੀ ਹੈ, ਜਿਹਨੂੰ ਦੇਖਣ ਲਈ ਮਾਈਕਰੋਸਕੋਪ ਦੀ ਜ਼ਰੂਰਤ ਪੈਂਦੀ ਹੈ। ਆਮ ਬੰਦੇ ਦੇ ਅੰਦਰ 'ਚ ਇੱਕ ਸੀਡ ਹੈ, ਬਟ ਤੁਸੀਂ ਸਾਇੰਸ ਪੜ੍ਹਦੇ ਹੋ, ਤੁਹਾਨੂੰ ਪਤਾ ਹੈ ਕਿ ਇਹਦੇ 'ਚ ਪੈਰੀਕਾਰਪ ਹੈ, ਜਿਸ ਕਰਕੇ ਇਹਨੂੰ ਸੀਡ ਨਹੀਂ ਕਿਹਾ ਜਾ ਸਕਦਾ, ਇਹਨੂੰ ਕੀ ਕਹਿਣਾ ਪਏਗਾ? ਫਰੂਟ। ਕਿਹੜੀ ਟਾਈਪ ਦਾ ਫਰੂਟ? ਗ੍ਰੇਨ ਜਾਂ ਕੈਰੀਓਪਸਿਸ, ਵਨ ਐਂਡ ਦਾ ਸੇਮ ਥਿੰਗ। ਓਕੇ ਬੇਟੇ, ਅਸੀਂ ਡਿਸਕਸ਼ਨ ਨੂੰ ਅੱਗੇ ਚਲਾਉਂਦੇ ਹਾਂ। ਇਸ ਸਾਈਡ 'ਤੇ ਐਮਨਿਓਨਿਕ ਐਕਸਿਸ, ਜਿਹਦੇ 'ਚ ਇਹਨਾਂ ਪਾਰਟ ਰੈਡੀਕਲ, ਇਹ ਪਾਰਟ ਲਮਿਊਲ ਔਰ ਇਹ ਸਿੰਗਲ ਕੋਟਿਲਿਡਨ। ਬੇਟੇ ਇਹ ਸਾਰੇ ਦਾ ਸਾਰਾ ਟਿਸ਼ੂ, ਦਿਸ ਇਜ਼ ਐਂਡੋਸਪਰਮ। ਹੁਣ ਐਂਡੋਸਪਰਮ ਟਿਸ਼ੂ ਟ੍ਰਿਪਲੋਇਡ ਟਿਸ਼ੂ, ਔਰ ਇਸੇ ਟਿਸ਼ੂ ਦਾ ਜਿਹੜਾ ਸਭ ਤੋਂ ਬਾਹਰਲਾ ਹਿੱਸਾ, ਆਹ ਵਾਲੀ ਲੇਅਰ ਦਾ ਜਸਟ ਅੰਦਰਲਾ, ਇਹ ਬੇਟਾ ਜੋ ਅਸੀਂ ਡਰਾ ਕਰ ਰਹੇ ਹਾਂ, ਇਹ ਬਾਕੀ ਦੇ ਐਂਡੋਸਪਰਮ ਦੇ ਨਾਲੋਂ ਡਿਫਰੈਂਟ ਹੈ। ਕਿੱਦਾਂ ਡਿਫਰੈਂਟ ਹੈ? ਇਹ ਵਾਲਾ ਜੋ ਪਾਰਟ ਮੈਂ ਡਰਾ ਕਰ ਰਿਹਾ ਰੈਡ, ਇਹ ਬਹੁਤ ਸਾਰੇ ਸੈਲਸ ਤੋਂ ਬਣੇ ਟਿਸ਼ੂ ਹੈ ਔਰ ਇਹਦੇ ਸੈਲਸ ਦੇ ਅੰਦਰ ਪ੍ਰੋਟੀਨਸ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਹੀ ਅਸੀਂ ਪੜ੍ਹਨਾ, ਜਿਹਦਾ ਅਸੀਂ ਟਾਈਟਲ ਸਾਹਮਣੇ ਲਿਖਿਆ ਹੈ, ਐਲਿਊਰੋਨ ਟਿਸ਼ੂ। ਦੇਖੋ ਇਸ ਟਿਸ਼ੂ ਦਾ ਜੇ ਵਨ ਸੈਲ ਐਨਲਾਰਜ ਕੀਤਾ ਜਾਏ, this is one plant cell। ਸੈਲ ਅੰਦਰ ਨਿਊਕਲੀਅਸ ਹੋ ਗਿਆ। ਇਸ ਤੋਂ ਇਲਾਵਾ ਸੈਲ ਦੇ ਅੰਦਰ छोटे छोटे काफी सारे ग्रेन्स हैं which are called aileron grains। ठीक है बेटे, एंडोस्पर्म टिश्यू का एक सैल है जिसके अंदर बहुत सारे ग्रेन्स दिखाई दे रहे हैं। दीज आर कॉल्ड एलियरॉन ग्रेन्स। इन्हां चों कोई एक ग्रेन एनलार्ज करके असीं ड्रॉ करते हैं। दिस इज वन एलियरॉन ग्रेन। इहदे अराउंड मैम्ब्रेनस एनवेलप है और ये जो छोटे छोटे डॉट्स तुसीं देख रहे सी हुण ये सानूं काफ़ी वड्डे वड्डे दिखाई दे रहे हैं। And these are spherosomes, name the notes से mentioned है।
Spherosomes are basically the plant lysosomes. Lysosomes ਤੁਸੀਂ ਸੈਲ ਆਰਗੇਨੈਲਿਸ ਵਾਲੇ ਚੈਪਟਰ 'ਚ ਵੀ ਪੜ੍ਹਿਆ ਕਿ lysosomes 'ਚ ਬੜੇ ਸਾਰੇ enzymes ਪਾਏ ਜਾਂਦੇ ਆ. Wherever the enzymes are required, lysosome ਉੱਥੇ enzymes ਦੀ ਸਪਲਾਈ ਦੇਗਾ. Similarly, ਇਹ ਵਾਲੇ ਸਫੀਰੋਸੋਮਸ ਵੀ ਕੁਝ ਇਸ ਤਰ੍ਹਾਂ ਦਾ ਹੀ ਰੋਲ ਪਲੇ ਕਰਦੇ ਆ, ਬਟ ਉਹ ਰੋਲ ਅਸੀਂ ਥੋੜ੍ਹੀ ਦੇਰ ਤੱਕ ਪੜਾਂਗੇ. ਦੇਖੋ ਇਹਦੇ ਤੋਂ ਬਾਅਦ ਇਹਦੇ ਅੰਦਰ ਅਸੀਂ ਜੋ ਡਰਾ ਕਰਨ ਜਾ ਰਹੇ ਹਾਂ ਅਲੱਗ-ਅਲੱਗ ਪਾਰਟਸ ਹੈ. ਇੱਕ ਵਾਰੀ ਮੈਂ ਕਲਰ ਦੇ ਡਿਫਰੈਂਸ ਦੇ ਥਰੂ ਤੁਹਾਨੂੰ ਸਮਝਾ ਰਿਹਾ. ਦੇਖੋ ਜ਼ਰਾ, एक कैविटी है जिसका नाम है ग्लोबोइडल कैविटी, और ये अंदर ये जो स्ट्रक्चर्स असी देख रहे हैं दीज आर ग्लोबॉइड्स. ग्लोबॉइड्स दी केमिकल कंपोजिशन तुहाडे नोट्स च मैंशन है. तुसीं देखोगे कि हर एक कंपोजिशन च एक चीज़ बड़ी ज़्यादा पाई जाएगी, दैट इज़ प्रोटीन. इस तो अलावा प्रोटीन कार्बोहाइड्रेट बॉडी राइट जी, ये आ गई प्रोटीन कार्बोहाइड्रेट बॉडी, एंड ये आ गया ग्राउंड मैट्रिक्स. तो बड़े थोड़ी थोड़ी लेबलिंग कर देंगे. प्रोटीन कार्बोहाइड्रेट बॉडी, ग्लोबोइडल कैविटी जिदे च आ गई ग्लोबॉइड्स, ये आ गया ग्राउंड सबस्टेंस. ओके बेटे, ਹੁਣ ਅਸੀਂ ਸੋਚ ਰਹੇ ਹਾਂ ਕਿ ਵਾਟ ਇਜ਼ ਦਾ ਫੰਕਸ਼ਨ ਆਫ ਥੀਸ ਐਲੂਰੋਨ ਗ੍ਰੇਨਸ, ਵਾਟ ਇਜ਼ ਦਾ ਰੋਲ. ਪਹਿਲੀ ਗੱਲ ਤਾਂ ਇੱਕ ਚੀਜ਼ ਆਪਾਂ ਯਾਦ ਰੱਖਣੀ ਹੈ ਕਿ ਜੋ ਐਲੂਰੋਨ ਗ੍ਰੇਨਸ ਹੈ ਥੀਸ ਆਰ ਰਿਚ ਇਨ ਪ੍ਰੋਟੀਨਸ, ਰਾਈਟ. ਲੋ ਬੇਟੇ, ਹੁਣ ਇਹਨਾਂ ਦਾ ਰੋਲ ਬਾਰੇ ਸਮਝਦੇ ਹਾਂ. ਜਦੋਂ ਇਸ ਗ੍ਰੇਨ ਨੇ ਜਰਮੀਨੇਟ ਕਰਨਾ ਹੈ, मतलब मेज ग्रेन ने जर्मीनेट करना है, इन्होंने पानी मिल गया जर्मीनेशन के लिए. ये सिंगल कोटिलेडन है जिसका नाम है स्कूटेलम, और यदि सब तो बाहरली लेयर जी ब्लैक लाइनिंग की फॉर्म च दिखाई दे रही है, इसका नाम है एपीथीलियल लेयर. एपीथीलियल लेयर, एपीथीलियल लेयर एक सिग्नल पास करेगी, दैट इज इन द फॉर्म ऑफ हार्मोन GA3, जिब्रेलिक एसिड. मतलब कि एपीथेलियल लेयर जो जिब्रेलिक एसिड जनरेट होएगा. जिब्रेलिक एसिड कितने पहुंचेगा? एल्यूरोन लेयर तक. एल्यूरोन लेयर दे जो सैल्स है इन्हां दे अंदर एल्यूरोन ग्रेन्स यानी कि प्रोटीन्स बड़ी हाई कंसनट्रेशन च पाए जाते हैं. हार्मोन का सिग्नल मिलते हैं सारी एल्यूरोन लेयर दे जो सैल्स है एक ही पैदा करना स्टार्ट कर देंगे हाइड्रोलिटिक एंजाइम्स. हाइड्रोलिटिक एंजाइम्स दे विचों किसी एक एंजाइम का मैं नाम लिखता जो सब तो ज़्यादा इंपॉर्टेंट है, एमाइलेसिस, स्टार्च ब्रेकिंग एंजाइम. वैसे हाइड्रोलेसिस एंजाइम्स जिहड़े है इन्हां दी बड़ी अलग अलग वैरायटी है. स्टार्च तोड़न वालियां दा नाम एमाइलेसिस, प्रोटीन्स तोड़न वालियां दा नाम प्रोटीएसिस, लिपिड्स वालियां दा लाइपेसिस, डीएनए तोड़न वाले एंजाइम का नाम न्यूक्लिएसिस वगैरह वगैरह. लेकिन एक एंजाइम ऐसा है जिदे बिना दुनिया का कोई भी सीड जर्मीनेट नहीं कर सकता, उसका नाम आप सामने लिखा है एमाइलेस. सो बेटे व्हाट विल हैपन, जो एंजाइम्स बननगे एंजाइम्स की करेंगे एंडोस्पर्म जो फूड है स्टोर्ड फूड सी ਉਹਦੇ ਉੱਪਰ एक्ट करके ਇਹਨੂੰ ਕੀ कर देंगे मोबिलाइज्ड यानी कि ਉਹਨੂੰ ब्रेक डाउन करके छोटे छोटे कंपोनेंट्स च तोड़ देंगे, एंड अल्टीमेटली मोबिलाइज्ड फूड विल बी एब्जॉर्ब्ड बाय द एम्ब्रियो. एम्ब्रियो बेटे जो फूड ਨੂੰ कंज्यूम करेगा तो ये रेडिकल तो की निकल आएगी रूट, एंड प्लम्यूल तो की निकल आएगी शूट, जिसके ऊपर अपने लीव्स आने शुरू हो जाएंगे, और दस ये वाला जो ग्रेन है ये की हो जाएगी जर्मीनेशन.
ਮੀਨਸ ਕਿ ਪ੍ਰੋਟੀਨ ਰਿਚ ਕਿਉਂ ਸੀ ਐਲੂਰੋਨ ਲੇਅਰ, ਉਹਦਾ ਇੱਕ ਖਾਸ ਮਕਸਦ ਸੀ। ਉਹਦਾ ਰੀਜ਼ਨ ਇਹ ਸੀ ਕਿ ਜਿਹੜੇ ਐਂਜ਼ਾਈਮਸ ਹੁੰਦੇ ਆ, ਥੀਜ਼ ਆਰ ਨਥਿੰਗ ਬਟ ਦਾ ਪ੍ਰੋਟੀਨਸ। ਤੁਸੀਂ ਪੜ੍ਹਿਆ ਬੇਟੇ, ਐਂਜ਼ਾਈਮਸ ਆਰ ਪ੍ਰੋਟੀਨੇਸ਼ੀਅਸ, ਮੀਨਸ ਕਿ ਥੀਜ਼ ਆਰ ਮੇਡ ਅਪ ਆਫ ਪ੍ਰੋਟੀਨਸ। ਬੇਸਿਕਲੀ ਐਂਜ਼ਾਈਮ ਪ੍ਰੋਟੀਨਸ ਹੀ ਹੁੰਦੇ ਆ। ਉਲਟੀ ਗੱਲ ਵੀ ਕਰ ਸਕਦੇ ਹਾਂ ਕਿ ਮੈਨੀ ਪ੍ਰੋਟੀਨਸ ਐਕਟ ਐਜ਼ ਐਂਜ਼ਾਈਮਸ। ਦੋਨੋਂ ਸਟੇਟਮੈਂਟਸ ਠੀਕ ਹੈ, ਇਹਨਾਂ 'ਚ ਕੁਛ ਵੀ ਗਲਤ ਨਹੀਂ ਹੈ। ਓਕੇ, ਨਾਓ ਵਟ ਹੈਪਨ, ਜਰਮੀਨੇਸ਼ਨ ਦੇ ਟਾਈਮ ਅਸੀਂ ਦੇਖਿਆ ਕਿ ਐਲੂਰੋਨ ਲੇਅਰ ਨੇ ਕੀ ਰੋਲ ਪਲੇ ਕੀਤਾ। ਹੁਣ ਬੇਟੇ ਇਸ ਤਰ੍ਹਾਂ ਦੀ ਲੇਅਰ ਤੁਹਾਨੂੰ ਵੀਟ ਗ੍ਰੇਨਸ 'ਚ ਵੀ ਮਿਲੇਗੀ। ਹੁਣ ਜਿਵੇਂ ਅਸੀਂ ਆਟਾ ਪੀਸਦੇ ਹਾਂ ਗ੍ਰੇਨਸ ਤੋਂ, ਹੈ ਨਾ, ਵੀਟ ਦੇ ਗ੍ਰੇਨਸ ਲਈ ਉਹਦਾ ਆਟਾ ਬਣਾ ਲਿਆ। ਹੁਣ ਆਟੇ ਨੂੰ ਬਹੁਤ ਬਰੀਕ ਛਾਨਣੀ ਦੇ ਨਾਲ ਛਾਨਤਾ, ਅਤੇ ਉਹਦੇ ਨਾਲ ਕੀ ਹੁੰਦਾ, ਜਿਹੜਾ ਛਾਨ ਬੂਰਾ ਅਸੀਂ ਲਾਉਂਦੇ ਹਾਂ ਨਾ, ਵੀਟ ਬ੍ਰੈਨ, ਉਹਦੇ 'ਚ ਜ਼ਿਆਦਾਤਰ ਫਲੇਕਸ ਕਾਹਦੇ ਹੁੰਦੇ ਆ, ਐਲੂਰੋਨ ਲੇਅਰ ਦੇ। ਬੜੇ ਸਾਰੇ ਲੋਕ ਉਹਨੂੰ ਬਿਨ 'ਚ ਸੁੱਟ ਦਿੰਦੇ ਆ ਨਾ, ਡਸਟਬਿਨ 'ਚ ਜਾਣ ਦਿੰਦੇ। ਤਾਂ ਮੈਨੂੰ ਸਮਝੋ ਕਿ ਤੁਸੀਂ ਆਟਾ ਖਰੀਦਿਆ, ਉਹਦੇ ਵਿੱਚੋਂ ਪ੍ਰੋਟੀਨਸ ਨੂੰ ਫਿਲਟਰ ਕਰਕੇ ਡਸਟਬਿਨ 'ਚ ਸੁੱਟਤਾ, ਔਰ ਕੀ ਖਾ ਰਹੇ ਹੋ, ਸਿਰਫ ਸਟਾਰਚ, ਜੋ ਬਹੁਤਾ ਹੈਲਦੀ ਫੂਡ ਨਹੀਂ ਹੈ। ਸੋ ਬੇਟੇ ਮਾਈ ਸੁਜੈਸ਼ਨ ਇਸ ਕਿ ਜੇ ਸਾਨੂੰ ਆਟਾ ਖਾਣਾ ਹੈ ਤਾਂ ਅਸੀਂ ਕਿਹੜਾ ਖਾਈਏ, ਹੋਲ ਵੀਟ ਬ੍ਰੈਨ, ਯਾਨੀ ਕਿ ਐਸਾ ਆਟਾ ਜਿਹਦੇ 'ਚ ਵਿੱਚੇ ਹੀ ਸਾਰਾ ਕੁਝ ਹੋਵੇ। ਦੇਖੋ ਮਾਰਕੀਟ ਤੁਸੀਂ ਆਟਾ ਖਰੀਦਣ ਜਾਓਗੇ ਅਤੇ ਜਿਹੜਾ ਬੈਗ ਹੁੰਦਾ ਆਟੇ ਦਾ, ਉੱਤੇ ਲਿਖਿਆ ਹੁੰਦਾ ਕਿ ਇਹ ਫਿਲਟਰਡ ਆਟਾ ਹੈ ਜਾਂ ਫਿਰ ਹੋਲ ਵੀਟ ਬ੍ਰੈਨ ਆਟਾ। ਤਾਂ ਵੀ ਸ਼ੁੱਡ ਪ੍ਰੈਫਰ ਵਿਚ ਵਨ, ਹੋਲ ਵੀਟ ਬ੍ਰੈਨ, ਬਿਕੋਜ਼ ਜੇ ਅਸੀਂ ਉਹ ਖਰੀਦਿਆਂ ਤਾਂ ਉਹ 'ਚ ਕਿਹੜੀ ਲੇਅਰ ਦੇ ਫਲੇਕਸ ਆਉਣਗੇ, ਐਲੂਰੋਨ ਲੇਅਰ ਦੇ, ਯਾਨੀ ਕਿ ਉਹ ਪ੍ਰੋਟੀਨਸ ਵਾਲਾ ਸਾਰਾ ਕੰਪੋਜੀਸ਼ਨ ਜਿਹੜੀ ਸਾਨੂੰ, ਜੋ ਅਸੀਂ ਪੈਸੇ ਖਰਚ ਰਹੇ ਹਾਂ, ਸਾਨੂੰ ਨਾਲ ਹੀ ਦਿੱਤੀ ਜਾ ਰਹੀ। ਕੰਪਨੀ ਕਹਿ ਰਹੀ ਕਿ ਅਸੀਂ ਗ੍ਰੇਨਸ ਲੇਅਰ ਨੂੰ ਪੀਸਿਆ, ਜੋ ਵੀ ਨਿਕਲਿਆ ਅਸੀਂ ਸਾਰਾ ਕੁਝ ਤੁਹਾਨੂੰ ਲਿਫਾਫੇ 'ਚ ਪਾ ਕੇ ਦੇ ਦਿੱਤਾ, ਤੁਸੀਂ ਘਰ ਜਾ ਕੇ ਡਿਸਾਈਡ ਕਰੋ ਵੀ ਇਹਨੂੰ ਛਾਨਣਾ ਹੈ ਕਿ ਇੰਝ ਯੂਜ਼ ਕਰਨਾ, ਦੈਟ ਇਜ਼ ਯੋਰ ਚੋਇਸ। ਸੋ ਬੇਟੇ ਇਹ ਸੀਗਾ ਆਲ ਅਬਾਊਟ ਦਾ ਐਲੂਰੋਨ ਲੇਅਰ। ਇਹਦੇ ਬਾਅਦ ਅਸੀਂ ਕੁਝ ਚੀਜ਼ਾਂ ਨੇ, ਨੋਟਸ ਵੀ ਪੜ੍ਹ ਲੈਂਦੇ ਹਾਂ। ਸਟੋਨੀ ਐਂਡੋਸਪਰਮ, ਕੁਝ ਸਪੀਸ਼ੀਜ਼ ਐਂਡੋਸਪਰਮ ਬੜਾ ਹਾਰਡ ਹੁੰਦਾ, ਇਹਦਾ ਨਾਮ ਕੀ ਪੈ ਗਿਆ, ਸਟੋਨੀ ਐਂਡੋਸਪਰਮ। ਪੈਰੀਸਪਰਮ ਇੰਟਰਸਟਿੰਗ ਹੈ, ਇਹਦੇ ਬਾਰੇ ਅਸੀਂ ਸਾਹਮਣੇ ਬੋਰਡ ਤੋਂ ਹੀ ਸਮਝ ਲੈਂਦੇ ਹਾਂ। ਪੈਰੀ ਦਾ ਮੀਨਿੰਗ ਹੈ ਅਰਾਊਂਡ। ਦੇਖੋ ਇਸ ਡਾਇਗਰਾਮ ਤੁਸੀਂ ਇਹ ਪੜ੍ਹਿਆ ਕਿ ਜਿਸ ਤਰ੍ਹਾਂ ਹੀ ਐਂਡੋਸਪਰਮ ਐਂਡ ਐਂਬਰੀਓ ਡਿਵੈਲਪ ਹੋਏਗਾ, ਨਿਊਸੈਲਸ ਖਤਮ ਹੁੰਦਾ ਜਾਏਗਾ, ਉਹ ਡੀਜਨਰੇਟ ਹੋ ਕੇ ਡਿਸਅਪੀਅਰ ਹੋ ਜਾਏਗਾ। ਬਟ ਬੇਟੇ ਕੁਝ ਸਪੀਸ਼ੀਜ਼ 'ਚ ਕੀ ਹੁੰਦਾ ਹੈ ਕਿ ਨਿਊਸੈਲਸ ਪੂਰੀ ਤਰ੍ਹਾਂ ਖਤਮ ਨਹੀਂ ਹੁੰਦਾ, ਐਂਡੋਸਪਰਮ ਵੀ ਬਣ ਜਾਂਦਾ, ਲੇਕਿਨ ਨਿਊਸੈਲਸ ਦਾ ਕੁਝ ਹਿੱਸਾ ਐਂਡੋਸਪਰਮ ਦੇ ਅਰਾਊਂਡ ਇੱਕ ਥਿਨ ਲਾਈਨਿੰਗ ਦੀ ਫਾਰਮ 'ਚ ਬਣਿਆ ਰਹਿੰਦਾ, ਉਹ ਪੂਰੀ ਤਰ੍ਹਾਂ ਡਿਸਅਪੀਅਰ ਨਹੀਂ ਹੁੰਦਾ। ਇਸ ਬਚੇ ਖੁਚੇ ਨਿਊਸੈਲਸ ਦਾ ਨਾਮ ਹੈ ਪੈਰੀਸਪਰਮ। ਪੈਰੀ ਮੀਨਸ ਅਰਾਊਂਡ, ਸਪਰਮ ਮੀਨਸ ਐਂਡੋਸਪਰਮ। The remaining part of nucellus, which is lying around the endosperm, is called as perisperm. So ਦੋ ਲਫ਼ਜ਼ਾਂ 'ਚ ਗੱਲ ਕਰੀਏ ਤੇ persistent nucellus, persistent nucellus, very simple, ਬਚਿਆ ਖੁਚਿਆ nucellus। ਇਹਦੇ ਬਾਅਦ ਆ ਗਿਆ ਬੇਟੇ ਜ਼ੀਨੀਆ। ਪੋਲਨ ਗ੍ਰੇਨਸ ਦਾ ਐਂਡੋਸਪਰਮ ਦੇ ਉੱਪਰ ਜੇ ਕੋਈ ਅਸਰ ਦਿਖਾਈ ਦੇ ਤੇ ਉਸ ਇਫੈਕਟ ਨੂੰ ਬੋਲਦੇ ਹਾਂ ਜ਼ੀਨੀਆ ਇਫੈਕਟ, ਜ਼ੀਨੀਆ ਇਫੈਕਟ। ਦੇਖੋ ਆਈ ਕੈਨ ਅਸ਼ੋਰ ਯੂ ਕਿ ਅਸੀਂ ਇੱਕ ਜੈਨੇਟਿਕਸ ਟੌਪਿਕ ਪੜ੍ਹਿਆ ਸੀ, ਡੁਪਲੀਕੇਟ ਜੀਨਸ। ਡੁਪਲੀਕੇਟ ਜੀਨਸ, ਡੁਪਲੀਕੇਟ ਜੀਨਸ 'ਚ ਅਸੀਂ ਕੀ ਪੜ੍ਹਿਆ ਕਿ ਆ ਇੱਕ ਫੀਮੇਲ ਪਲਾਂਟ ਹੈ, ਇੱਕ ਮੇਲ ਪਲਾਂਟ ਹੈ। मान लो जो फीमेल है स्मॉल y1 स्मॉल y1 स्मॉल y2 स्मॉल y2, ਇਹਦਾ ਮਤਲਬ ਕਿ ਇਹ ਕਿਹੜੇ ਗ੍ਰੇਨਸ ਪੈਦਾ ਕਰੇਗਾ, ਵਾਈਟ ਐਂਡੋਸਪਰਮ ਵਾਲੇ ਗ੍ਰੇਨਸ ਪੈਦਾ ਕਰੇਗਾ। ਜੇ ਦਾ ਕ੍ਰਾਸ ਅਸੀਂ ਇਸ ਪਲਾਂਟ ਨਾਲ ਕਰਾਈਏ, ਕੈਪੀਟਲ y1 ਕੈਪੀਟਲ y1 ਕੈਪੀਟਲ y2 ਕੈਪੀਟਲ y2, ਤੇ ਇਹਦੇ ਪੋਲਨਸ ਕੈਪੀਟਲ y1 ਕੈਪੀਟਲ y2 ਵਾਲੇ ਹੋਣਗੇ, ਰਾਈਟ ਜੀ। ਹੁਣ ਜਦੋਂ ਇਹ ਵਾਲਾ ਪੋਲਨ ਆ ਕੇ ਇਹਦੇ ਓਵਿਊਲ ਨੂੰ ਫਰਟੀਲਾਈਜ਼ ਕਰੇਗਾ ਤੇ ਐਂਡੋਸਪਰਮ ਦਾ ਕਲਰ ਕੀ ਹੋ ਜਾਏਗਾ, ਯੈਲੋ। ਸੋ ਇਫੈਕਟ ਆਫ ਪੋਲਨ ਕਿਹਦੇ ਉੱਪਰ ਦਿਖਾਈ ਦੇ ਰਿਹਾ, ਐਂਡੋਸਪਰਮ ਤੇ। ਐਂਡੋਸਪਰਮ ਦਾ ਕਲਰ ਕੀ ਹੋ ਗਿਆ, ਯੈਲੋ। ਸੋ ਦਿਸ ਕਾਈਂਡ ਆਫ ਇਫੈਕਟ ਕੈਨ ਬੀ ਕਾਲਡ ਐਜ਼ ਜ਼ੀਨੀਆ। ਬਟ ਇਹ ਟਰਮ ਕਾਫੀ ਫੇਮਸ ਹੈ, ਪੇਪਰਾਂ 'ਚ ਵੀ ਆਉਂਦੀ ਹੈ, ਸੋ ਆਪਾਂ ਯਾਦ ਰੱਖਣਾ ਜ਼ੀਨੀਆ।
ਰਾਈਟ ਜੀ। ਜ਼ੀਨੀਆ ਤੋਂ ਬਾਅਦ ਹੈ ਮੈਟਾਜ਼ੀਨੀਆ। ਜੇ ਪੋਲਨ ਦਾ ਇਫੈਕਟ ਐਂਡੋਸਪਰਮ ਦੀ ਬਜਾਏ ਐਂਡੋਸਪਰਮ ਦੇ ਬਾਹਰ ਵਾਲੀਆਂ ਲੇਅਰਸ ਤੇ ਦਿਖਾਈ ਦੇ, ਹੁਣ ਐਂਡੋਸਪਰਮ ਦੇ ਬਾਹਰ ਕਿਹੜੀਆਂ ਲੇਅਰਸ ਹੁੰਦੀਆਂ, ਇਹ ਦੇਖੋ ਐਂਡੋਸਪਰਮ ਇਸ ਤਰ੍ਹਾਂ ਫੈਲ ਕੇ ਨਿਊਸੈਲਸ ਦੀ ਜਗ੍ਹਾ ਲੈ ਲਏਗਾ, ਉਹਦੇ ਬਾਅਦ ਆਏਗਾ ਸੀਡ ਕੋਟਸ, ਤੇ ਸੀਡ ਕੋਟਸ ਦੇ ਅਰਾਊਂਡ ਕੀ ਆਏਗੀ ओवरी। मीन्स कि जे इंटैगमेंट्स के ऊपर यानी कि सीड कोड्स के ऊपर या फिर ओवरी यानी कि फ्रूट बॉल के ऊपर पोलन दे नाल कोई असर पैंदा है, कोई इफेक्ट आंदा है, then that effect will be called as metazenia effect। So बहुत ही बड़े easy है, examples mentioned है, very interesting topic but very simple topic also। ਬਟ ਬੇਟੇ ਮੈਂ ਹਮੇਸ਼ਾ ਤੁਹਾਨੂੰ ਇੱਕੋ ਚੀਜ਼ ਐਡਵਾਈਸ ਕਰਦਾ ਵੀ ਡਿਟੇਲਿੰਗ 'ਚ ਦੱਸੀਆਂ ਗਈਆਂ ਚੀਜ਼ਾਂ ਨੂੰ ਇਗਨੋਰ ਨਹੀਂ ਕਰਨਾ, ਆਪਣੀ ਨੋਟਬੁੱਕ ਪ੍ਰੋਪਰਲੀ ਪ੍ਰਿਪੇਅਰ ਕਰਨੀ ਹੈ, ਡਾਇਗਰਾਮਸ ਡਰਾ ਕਰਨੀ ਹੈ, ਅੰਡਰਸਟੈਂਡਿੰਗ ਜਿਹੜੀਆਂ ਚੀਜ਼ਾਂ ਨੂੰ ਸੁਣ ਕੇ ਤੁਹਾਨੂੰ ਜ਼ਿਆਦਾ ਹੋਈ ਉਹ ਜ਼ਰੂਰ ਲਿਖ ਲਓ, ਕਿਉਂਕਿ ਜੋ ਅਸੀਂ ਨੈਕਸਟ ਟੌਪਿਕਸ ਪੜ੍ਹਦੇ ਜਾ ਰਹੇ ਹਾਂ ਪਿਛਲੇ ਟੌਪਿਕਸ ਫੇਡ ਹੋ ਜਾਂਦੇ ਆ, ਐਂਡ ਟਾਈਮ ਦੇ ਨਾਲ ਜੋ ਤੁਸੀਂ ਰਿਵੀਜ਼ਨ ਕਰੋਗੇ, ਆਪਣੀ ਕਾਪੀ ਦੁਬਾਰਾ ਖੋਲੋਗੇ ਤੇ ਫਿਰ ਚੀਜ਼ਾਂ ਰੀਕਾਲ ਕਰਨ ਦੇ ਲਈ ਜੇ ਲਿਖੀਆਂ ਹੋਣਗੀਆਂ ਤੇ ਬਹੁਤ ਜਲਦੀ ਯਾਦ ਆ ਜਾਏਗਾ, ਟਾਈਮ ਬੜਾ ਬਚ ਜਾਏਗਾ, ਅੰਡਰਸਟੈਂਡਿੰਗ ਵੀ ਸਟਰੋਂਗ ਰਹੇਗੀ। ਓਕੇ ਸਟੂਡੈਂਟਸ, ਵਿਸ਼ ਯੂ ਆਲ ਦ ਬੈਸਟ।